ਹੈਲੋ ਸਟੂਡੈਂਟਸ, ਅੱਜ ਤੁਹਾਡਾ ਕੰਪਿਊਟਰ ਦੀ ਜਮਾਤ ਵਿੱਚ ਸਵਾਗਤ ਹੈ। ਅੱਜ ਅਸੀਂ ਜਮਾਤ 8ਵੀਂ ਦਾ ਵਿਸ਼ਾ ਕੰਪਿਊਟਰ ਸਾਇੰਸ ਦਾ ਪਾਠ ਤੀਸਰਾ ਇਨਫੋਰਮੇਸ਼ਨ ਟੈਕਨੋਲੋਜੀ ਕਰਾਂਗੇ, ਜਿਸ ਵਿੱਚ ਅਸੀਂ ਨੈੱਟ ਬੈਂਕਿੰਗ ਅਤੇ ਆਨਲਾਈਨ ਸ਼ਾਪਿੰਗ ਬਾਰੇ ਜਾਣਾਂਗੇ। ਤਾਂ ਚਲੋ ਸ਼ੁਰੂਆਤ ਅਸੀਂ ਨੈੱਟ ਬੈਂਕਿੰਗ ਤੋਂ ਕਰਦੇ ਹਾਂ। ਨੈੱਟ ਬੈਂਕਿੰਗ ਦੋ ਅੱਖਰਾਂ ਦਾ ਮੇਲ ਹੈ, ਇੰਟਰਨੈਟ ਅਤੇ ਬੈਂਕਿੰਗ। ਤੇ ਇੰਟਰਨੈਟ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਸਨੇ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜ ਦਿੱਤਾ ਹੈ ਤੇ ਇਸ ਰਾਹੀਂ ਅਸੀਂ ਸੂਚਨਾ ਅਤੇ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਇਸ ਦੇ ਇਨ੍ਹਾਂ ਹੀ ਸੁਵਿਧਾਵਾਂ ਦਾ ਲਾਭ ਉਠਾਉਂਦੇ ਹੋਏ ਬੈਂਕਾਂ ਨੇ ਹੁਣ ਆਪਣੇ ਆਪ ਨੂੰ ਗਾਹਕ ਨਾਲ ਜੋੜ ਲਿਆ ਹੈ, ਜਿਸ ਨਾਲ ਉਹ ਗਾਹਕ ਨੂੰ ਘਰ ਬੈਠੇ ਹੀ ਬੈਂਕ ਵੱਲੋਂ ਦਿੱਤੀ ਜਾਣ ਵਾਲੀ ਹਰ ਸੁਵਿਧਾ ਪਹੁੰਚਾ ਦਿੰਦੇ ਹਨ। ਤਾਂ ਬੱਚਿਓ, ਬੈਂਕ ਹੁਣ ਉਪਭੋਗਤਾ ਨਾਲ ਇੰਟਰਨੈਟ ਦੇ ਜ਼ਰੀਏ ਆਪਣੀ ਹਰ ਸੁਵਿਧਾ ਪਹੁੰਚਾ ਦਿੰਦੇ ਹਨ, ਜਿਸ ਨਾਲ ਬੈਂਕ ਅਤੇ ਉਪਭੋਗਤਾ ਦੋਨਾਂ ਨੂੰ ਹੀ ਫਾਇਦਾ ਹੋ ਜਾਂਦਾ ਹੈ। ਬੱਚਿਓ, ਨੈੱਟ ਬੈਂਕਿੰਗ ਰਾਹੀਂ ਉਪਭੋਗਤਾ ਨੂੰ ਹਰ ਸੁਵਿਧਾ ਉਸਦੇ ਘਰ, ਉਸਦੇ ਹੱਥਾਂ ਵਿੱਚ ਮਿਲ ਜਾਂਦੀ ਹੈ ਅਤੇ ਇੰਝ ਲੱਗਦਾ ਹੈ ਜਿਵੇਂ ਬੈਂਕ ਉਹਦੇ ਕੋਲ ਹੀ ਪਹੁੰਚ ਗਿਆ ਹੈ। ਚਲੋ ਬੱਚਿਓ, ਹੁਣ ਅਸੀਂ ਨੈੱਟ ਬੈਂਕਿੰਗ ਦੀ ਪਰਿਭਾਸ਼ਾ ਕਰਦੇ ਹਾਂ। ਨੈੱਟ ਬੈਂਕਿੰਗ ਦਾ ਉਹ ਸਿਸਟਮ ਜਿਸ ਵਿੱਚ ਗਾਹਕ ਇੰਟਰਨੈਟ ਦੀ ਮਦਦ ਨਾਲ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ ਅਤੇ ਪੈਸਾ ਟ੍ਰਾਂਸਫਰ ਕਰ ਸਕਦੇ ਹਨ। ਨੈੱਟ ਬੈਂਕਿੰਗ ਅਖਵਾਉਂਦਾ ਹੈ। ਇਸ ਨੂੰ ਆਨਲਾਈਨ ਬੈਂਕਿੰਗ ਵੀ ਕਿਹਾ ਜਾਂਦਾ ਹੈ। ਹੁਣ ਅਸੀਂ ਨੈੱਟ ਬੈਂਕਿੰਗ ਦੀਆਂ ਸੇਵਾਵਾਂ ਬਾਰੇ ਜਾਣਾਂਗੇ। ਤਾਂ ਇਸ ਦੀ ਸਭ ਤੋਂ ਪਹਿਲੀ ਸੇਵਾ ਹੈ ਪੈਸਾ ਟ੍ਰਾਂਸਫਰ, ਮਤਲਬ ਵਿੱਤੀ ਲੈਣ ਦੇਣ ਕਰ ਸਕਦੇ ਹਾਂ। ਅਸੀਂ ਕਿਤੇ ਵੀ ਬੈਠੇ ਇੱਕ ਦੂਸਰੇ ਨੂੰ ਪੈਸੇ ਭੇਜ ਸਕਦੇ ਹਾਂ। ਇਸ ਦੀ ਇੱਕ ਉਦਾਹਰਨ ਤੁਹਾਨੂੰ ਦੇਵਾਂਗੀ। ਤੁਸੀਂ ਮੰਨ ਲਓ ਕਿ ਤੁਸੀਂ ਅੰਮ੍ਰਿਤਸਰ ਵਿਖੇ ਰਹਿੰਦੇ ਹੋ ਅਤੇ ਤੁਹਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਪਟਨਾ ਵਿਖੇ ਰਹਿੰਦਾ ਹੈ। ਅਗਰ ਤੁਸੀਂ ਉਸਨੂੰ ਪੈਸੇ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਨੈੱਟ ਬੈਂਕਿੰਗ ਰਾਹੀਂ ਪੈਸੇ ਭੇਜ ਸਕਦੇ ਹੋ ਤੇ ਲੋੜ ਪੈਣ 'ਤੇ ਉੱਥੋਂ ਪੈਸੇ ਮੰਗਵਾ ਵੀ ਸਕਦੇ ਹੋ। ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਬੈਂਕ ਵੀ ਜਾਣ ਦੀ ਲੋੜ ਨਹੀਂ ਪੈਂਦੀ। ਬਸ ਤੁਸੀਂ ਨੈੱਟ ਬੈਂਕਿੰਗ ਸੁਵਿਧਾ ਦਾ ਲਾਭ ਉਠਾਉਂਦੇ ਹੋਏ ਪੈਸੇ ਇੱਕ ਦੂਸਰੇ ਨੂੰ ਭੇਜ ਸਕਦੇ ਹੋ। ਇਸ ਤੋਂ ਬਾਅਦ ਬੱਚਿਓ, ਅਸੀਂ ਅਕਾਊਂਟ ਦੀ ਸਟੇਟਮੈਂਟ ਬਣਾ ਸਕਦੇ ਹਾਂ ਅਤੇ ਆਪਣੇ ਅਕਾਊਂਟ ਦਾ ਬੈਲੈਂਸ ਵੀ ਚੈੱਕ ਕਰ ਸਕਦੇ ਹਾਂ। ਨੈੱਟ ਬੈਂਕਿੰਗ ਦੇ ਜ਼ਰੀਏ ਜਦੋਂ ਸਾਡਾ ਅਕਾਊਂਟ ਖੁੱਲ੍ਹ ਜਾਂਦਾ ਹੈ, ਅਸੀਂ ਲੌਗਇਨ ਕਰਨ ਉਪਰੰਤ ਆਪਣੇ ਖਾਤੇ ਵਿੱਚ ਕਿੰਨੇ ਪੈਸੇ ਹਨ ਅਤੇ ਸਾਨੂੰ ਪਿਛਲੇ ਸਾਲਾਂ ਵਿੱਚ ਕਦੋਂ ਪੈਸੇ ਆਏ, ਕਦੋਂ ਬੈਂਕ 'ਚੋਂ ਪੈਸੇ ਸਾਡੇ ਟ੍ਰਾਂਸਫਰ ਹੋਏ, ਕਦੋਂ ਡੈਬਿਟ ਹੋਏ, ਇਹ ਸਾਰੀ ਸੂਚੀ ਸਾਡੇ ਅਕਾਊਂਟ ਸਟੇਟਮੈਂਟ ਵਿੱਚ ਹੁੰਦੀ ਹੈ। ਤਾਂ ਇਸ ਵਾਸਤੇ ਸਾਨੂੰ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ। ਇਸ ਤੋਂ ਬਾਅਦ ਅਸੀਂ ATM ਅਤੇ ਚੈੱਕਬੁੱਕ ਦੋਵੇਂ ਹੀ ਆਨਲਾਈਨ ਅਪਲਾਈ ਕਰ ਸਕਦੇ ਹਾਂ। ਜਦੋਂ ਸਾਡਾ ATM ਕਾਰਡ ਖਰਾਬ ਹੋ ਜਾਂਦਾ ਹੈ ਜਾਂ ਚੈੱਕਬੁੱਕ ਭਰ ਜਾਂਦੀ ਹੈ ਤਾਂ ਅਸੀਂ ਬੜੇ ਹੀ ਸੌਖੇ ਢੰਗ ਨਾਲ ਨੈੱਟ ਬੈਂਕਿੰਗ ਰਾਹੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਬਿੱਲ ਜਿਵੇਂ ਕਿ ਬਿਜਲੀ, ਪਾਣੀ ਆਦਿ ਦਾ ਭੁਗਤਾਨ ਕਰ ਸਕਦੇ ਹਾਂ। ਆਨਲਾਈਨ ਸ਼ਾਪਿੰਗ ਅਤੇ ਮੋਬਾਈਲ, ਡਿਸ਼ ਆਦਿ ਦਾ ਰੀਚਾਰਜ ਵੀ ਕਰ ਸਕਦੇ ਹਾਂ। ਤਾਂ ਬੱਚਿਓ, ਅਸੀਂ ਘਰ ਬੈਠੇ ਆਰਾਮ ਨਾਲ ਕਿਸੇ ਵੀ ਤਰ੍ਹਾਂ ਦਾ ਰੀਚਾਰਜ ਬੜੇ ਹੀ ਸੌਖੇ ਢੰਗ ਨਾਲ ਕਰ ਲੈਂਦੇ ਹਾਂ। ਅਸੀਂ ਇਸ ਤੋਂ ਇਲਾਵਾ ਰੇਲਵੇ, ਹਵਾਈ ਜਹਾਜ਼ ਅਤੇ ਬੱਸਾਂ ਦੀਆਂ ਟਿਕਟਾਂ ਵੀ ਬੁੱਕ ਕਰਾ ਸਕਦੇ ਹਾਂ। ਮੰਨ ਲਓ ਤੁਹਾਨੂੰ ਕਦੀ ਕਿਤੇ ਜ਼ਰੂਰੀ ਜਾਣਾ ਪੈਂਦਾ ਹੈ, ਅਚਾਨਕ ਅਗਰ ਤੁਹਾਨੂੰ ਕਿਤੇ ਜਾਣਾ ਪਵੇ ਤਾਂ ਤੁਸੀਂ ਨੈੱਟ ਰਾਹੀਂ ਚੈੱਕ ਕਰ ਸਕਦੇ ਹੋ ਕਿ ਟਿਕਟ ਬੁੱਕ ਹੋ ਸਕਦੀ ਹੈ ਜਾਂ ਨਹੀਂ। ਅਗਰ ਟਿਕਟ ਉਪਲਬਧ ਹੋਵੇ ਤਾਂ ਤੁਸੀਂ ਬੜੇ ਹੀ ਈਜ਼ੀ ਵੇ ਨਾਲ ਉਸਨੂੰ ਬੁੱਕ ਕਰ ਸਕਦੇ ਹੋ, ਕਿਉਂਕਿ ਨੈੱਟ ਬੈਂਕਿੰਗ ਰਾਹੀਂ ਇਹ ਕੰਮ ਕਰਨਾ ਕੋਈ ਔਖਾ ਨਹੀਂ ਹੈ। ਤੁਸੀਂ ਆਨਲਾਈਨ ਹੀ ਟਿਕਟ ਦਾ ਭੁਗਤਾਨ ਕਰ ਦਿੰਦੇ ਹੋ ਅਤੇ ਤੁਹਾਡੀ ਸੀਟ ਬੁੱਕ ਹੋ ਜਾਂਦੀ ਹੈ। ਤਾਂ ਦੇਖਿਆ ਬੱਚੋ, ਕਿਵੇਂ ਹਰ ਲੈਣ ਦੇਣ ਔਰ ਖਰੀਦ ਫਰੋਖਤ ਵਾਲਾ ਕੰਮ, ਕਿਤੇ ਬਿੱਲ ਪੇਮੈਂਟ ਵਾਲਾ ਕੰਮ, ਸਾਰੇ ਹੀ ਅਜਿਹੇ ਕੰਮ
ਅਸੀਂ ਬੜੇ ਹੀ ਸੌਖੇ ਢੰਗ ਨਾਲ ਆਪਣੇ ਲੈਪਟਾਪ ਜਾਂ ਮੋਬਾਈਲ ਦੇ ਜ਼ਰੀਏ ਨੈਟ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਕਰ ਲੈਂਦੇ ਹਾਂ। ਚਲੋ ਬੱਚਿਓ, ਹੁਣ ਅਸੀਂ ਵੇਖੀਏ ਕਿ ਨੈਟ ਬੈਂਕਿੰਗ ਦੇ ਫਾਇਦੇ ਕੀ ਹਨ। ਸਭ ਤੋਂ ਪਹਿਲਾਂ ਸਾਨੂੰ ਉੱਥੇ ਵੇਟਿੰਗ ਹਾਲ 'ਚ ਇੰਤਜ਼ਾਰ ਨਹੀਂ ਕਰਨਾ ਪੈਂਦਾ, ਸਾਨੂੰ ਲੰਬੀਆਂ ਲਾਈਨਾਂ 'ਚ ਨਹੀਂ ਖਲੋਣਾ ਪੈਂਦਾ, ਕਿਉਂਕਿ ਅਸੀਂ ਘਰ ਬੈਠੇ ਹਰ ਸੁਵਿਧਾ ਦਾ ਲਾਭ ਉਠਾ ਲੈਂਦੇ ਹਾਂ, ਤਾਂ ਫਿਰ ਅਸੀਂ ਲੰਬੀਆਂ ਲਾਈਨਾਂ ਵਿੱਚ ਕਿਉਂ ਖੜੇ ਹੋਈਏ। ਦੂਸਰਾ, ਦਿਨ ਹੋਵੇ ਜਾਂ ਰਾਤ, ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਕਿਸੇ ਵੇਲੇ ਵੀ ਅਸੀਂ ਪੈਸੇ ਇੱਕ ਦੂਜੇ ਨੂੰ ਭੇਜ ਸਕਦੇ ਹਾਂ, ਕਿਉਂਕਿ ਅਸੀਂ ਤਾਂ ਨੈਟ ਬੈਂਕਿੰਗ ਅਤੇ ਇਲੈਕਟ੍ਰੋਨਿਕ ਗੈਜਟ ਦੀ ਵਰਤੋਂ ਹੀ ਕਰਨੀ ਹੈ। ਉਸ ਰਾਹੀਂ ਅਸੀਂ ਪੈਸੇ ਭੇਜ ਸਕਦੇ ਹਾਂ, ਜਦਕਿ ਬੈਂਕ ਵਿੱਚ ਤਾਂ ਸਿਰਫ ਉਦੋਂ ਤੱਕ ਹੀ ਕੰਮ ਹੋ ਸਕਦਾ ਹੈ ਜਦੋਂ ਤੱਕ ਕਿ ਬੈਂਕ ਖੁੱਲ੍ਹਾ ਹੋਵੇ। ਇਸ ਤੋਂ ਇਲਾਵਾ ਅਸੀਂ ਬਾਰਿਸ਼, ਧੁੱਪ ਅਤੇ ਠੰਡ ਵਿੱਚ ਬੈਂਕ ਨਹੀਂ ਜਾਣ ਦੀ ਲੋੜ ਪੈਂਦੀ, ਕਿਉਂਕਿ ਸਾਡਾ ਕੰਮ ਤੇ ਘਰ ਬੈਠੇ ਹੀ ਹੋ ਜਾਂਦਾ ਹੈ, ਤਾਂ ਬੈਂਕ ਜਾਣ ਦੀ ਕੀ ਲੋੜ ਹੈ। ਕਿਸੇ ਵੀ ਮੌਸਮ 'ਚ ਬਾਹਰ ਨਿਕਲਣ ਦੀ ਲੋੜ ਨਹੀਂ ਪੈਂਦੀ। ਬੱਚਿਓ, ਮੰਨ ਲਓ ਤੁਸੀਂ ਘਰ ਤੋਂ ਬੈਂਕ ਜਾਣਾ ਹੋਵੇ ਤਾਂ ਰਸਤੇ ਦੇ ਵਿੱਚ ਲੱਗਣ ਵਾਲਾ ਸਮਾਂ ਅਤੇ ਪੈਸਾ ਦੋਵੇਂ ਹੀ ਬਚ ਜਾਂਦੇ ਹਨ। ਤਾਂ ਦੇਖਿਆ ਹੁੰਦਾ ਹੈ ਨਾ, ਇਹਦੇ ਨਾਲ ਦੁੱਗਣਾ ਫਾਇਦਾ, ਪੈਸੇ ਵੀ ਬਚਦੇ ਹੈ ਤੇ ਸਮਾਂ ਵੀ ਬਚਦਾ ਹੈ। ਬੱਚਿਓ, ਅਸੀਂ ਦੂਰ ਦੁਰਾਡੇ ਮਿੰਟਾਂ ਵਿੱਚ ਪੈਸੇ ਪਹੁੰਚਾ ਸਕਦੇ ਹਾਂ ਅਤੇ ਇਸ ਸੁਵਿਧਾ ਦਾ ਲਾਭ ਅਸੀਂ 24 ਘੰਟੇ ਕਿਸੇ ਵੀ ਸਮੇਂ ਬੈਂਕ ਦੀ ਸੁਵਿਧਾ ਦਾ ਲਾਭ ਉਠਾ ਸਕਦੇ ਹਾਂ। ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਇੱਕ ਦੂਸਰੇ ਨੂੰ ਪੈਸੇ ਭੇਜ ਸਕਦੇ ਹਾਂ। ਤਾਂ ਇੰਟਰਨੈਟ ਅਤੇ ਬੈਂਕ ਦੋਨਾਂ ਨੇ ਹੀ ਮਿਲ ਕੇ ਸਾਡੇ ਜੀਵਨ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਇਸ ਨਾਲ ਸਾਨੂੰ ਵਿੱਤੀ ਲੈਣ ਦੇਣ ਕਰਨ ਵਿੱਚ ਕੋਈ ਔਖ ਨਹੀਂ ਆਉਂਦੀ। ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਇੰਟਰਨੈਟ ਬੈਂਕਿੰਗ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ? ਇਹਨਾਂ ਨੂੰ ਅਸੀਂ ਵਰਚੁਅਲ ਸਾਈਬਰ ਜਾਂ ਨੈਟ ਇੰਟਰੈਕਟਿਵ ਬੈਂਕ ਜਾਂ ਵੈਬ ਬੈਂਕ ਵੀ ਕਹਿ ਦਿੰਦੇ ਹਾਂ। ਤਾਂ ਇਸ ਦੀਆਂ ਕੁਝ ਉਦਾਹਰਨਾਂ ਹਨ SBI, ICICI, ਪੰਜਾਬ ਨੈਸ਼ਨਲ ਬੈਂਕ ਅਤੇ HDFC ਬੈਂਕ। ਤਾਂ ਬੱਚਿਓ, ਅੱਜ ਦੇ ਦੌਰ 'ਚ ਹਰ ਬੈਂਕ ਆਨਲਾਈਨ ਸੁਵਿਧਾ ਪ੍ਰਦਾਨ ਕਰਦਾ ਹੈ, ਪਰ ਅਸੀਂ ਇੱਥੇ ਹੁਣ SBI ਬੈਂਕ ਦੀ ਉਦਾਹਰਨ ਦੇਵਾਂਗੇ, ਜਿਸ ਵਿੱਚ ਅਸੀਂ ਤੁਹਾਨੂੰ SBI ਬੈਂਕ ਦੀ ਆਨਲਾਈਨ ਵੈਬਸਾਈਟ 'ਚ ਕਿਵੇਂ ਲੌਗਇਨ ਕਰਨਾ ਹੈ ਅਤੇ ਆਪਣੇ ਅਕਾਊਂਟ ਨੂੰ ਕਿਵੇਂ ਦੇਖ ਸਕਦੇ ਹਾਂ ਤੁਹਾਨੂੰ ਦੱਸਾਂਗੇ। ਤਾਂ SBI ਦੀ ਜਿਹੜੀ ਵੈਬਸਾਈਟ ਹੈ ਉਸ ਦਾ ਐਡਰੈਸ ਹੈ www.onlinesbi.com। ਤਾਂ ਚਲੋ ਹੁਣ ਅਸੀਂ ਦੇਖਦੇ ਹਾਂ ਕਿ ਨੈਟ ਬੈਂਕਿੰਗ ਕਿਵੇਂ ਹੁੰਦੀ ਹੈ। ਤਾਂ ਇਸ ਲਈ ਅਸੀਂ ਸਭ ਤੋਂ ਪਹਿਲਾਂ ਕੋਈ ਵੈਬ ਬਰਾਊਜ਼ਰ ਓਪਨ ਕਰਾਂਗੇ। ਤਾਂ ਇੱਥੇ ਅਸੀਂ ਗੂਗਲ ਕ੍ਰੋਮ ਓਪਨ ਕਰ ਰਹੇ ਹਾਂ। ਵੈਬ ਬਰਾਊਜ਼ਰ ਖੁੱਲ੍ਹਣ ਉਪਰੰਤ ਅਸੀਂ ਉਸਦੇ ਐਡਰੈਸ ਬਾਰ ਦੇ ਵਿੱਚ ਵੈਬਸਾਈਟ ਦਾ ਪਤਾ ਲਿਖਾਂਗੇ। ਤਾਂ SBI ਦੀ ਆਨਲਾਈਨ ਬੈਂਕਿੰਗ ਲਈ ਪਤਾ ਹੈ www.onlinesbi.com। ਤਾਂ ਅਸੀਂ ਇਸ ਐਡਰੈਸ ਬਾਰ ਦੇ ਵਿੱਚ ਉਸਦਾ ਪਤਾ ਲਿਖਦੇ ਹਾਂ www.onlinesbi.com। ਐਂਟਰ ਕਰਨ ਉਪਰੰਤ ਵੈਬਸਾਈਟ ਦਾ ਪੇਜ ਖੁੱਲ੍ਹ ਜਾਵੇਗਾ, ਜਿਸ ਵਿੱਚ ਅਸੀਂ ਪਰਸਨਲ ਬੈਂਕਿੰਗ ਦੇ ਲੌਗਇਨ ਦੇ ਵਿੱਚ ਜਾਵਾਂਗੇ। ਲੌਗਇਨ ਕਰਨ ਉਪਰੰਤ ਪਰਸਨਲ ਬੈਂਕਿੰਗ ਵਿੱਚ ਕੰਟੀਨਿਊ ਟੂ ਲੌਗਇਨ ਕਰਾਂਗੇ। ਹੁਣ ਲੌਗਇਨ ਪੇਜ ਆ ਚੁੱਕਾ ਹੈ। ਇਸ ਵਿੱਚ ਅਸੀਂ ਯੂਜ਼ਰ ਨੇਮ ਲਿਖਾਂਗੇ। ਯੂਜ਼ਰ ਨੇਮ ਲਿਖਣ ਉਪਰੰਤ ਪਾਸਵਰਡ ਦੇ ਵਿੱਚ ਅਸੀਂ ਪਾਸਵਰਡ ਲਿਖਾਂਗੇ। ਯੂਜ਼ਰ ਨੇਮ ਬੈਂਕ ਵੱਲੋਂ ਦਿੱਤਾ ਜਾਂਦਾ ਹੈ ਅਤੇ ਪਾਸਵਰਡ ਜੋ ਤੁਸੀਂ ਰੱਖਿਆ ਹੋਵੇ ਉਹੀ ਤੁਸੀਂ ਪਾਸਵਰਡ ਦੇ ਵਿੱਚ ਲਿਖਣਾ ਹੁੰਦਾ ਹੈ। ਉਸ ਉਪਰੰਤ ਤੁਸੀਂ ਕੈਪਚਾ ਕੋਡ ਲਿਖੋਗੇ ਤੇ ਕੈਪਚਾ ਕੋਡ ਕੁਝ ਅੱਖਰ ਲਿਖੇ ਹੁੰਦੇ ਹਨ, ਅਸੀਂ ਬਿਲਕੁਲ ਉਹੀ ਅੱਖਰ ਲਿਖਣੇ ਹੁੰਦੇ ਹਨ। ਕੈਪਚਾ ਕੋਡ ਭਰਨ ਉਪਰੰਤ ਅਸੀਂ ਲੌਗਇਨ ਤੇ ਕਲਿੱਕ ਕਰਾਂਗੇ। ਤਾਂ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਸਾਡਾ ਅਕਾਊਂਟ ਖੁੱਲ੍ਹ ਜਾਵੇਗਾ। ਤਾਂ ਉਸ ਅਕਾਊਂਟ ਦੇ ਵਿੱਚ
ਅਸੀਂ ਆਪਣੀ ਸਾਰੀਆਂ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ। ਅਸੀਂ ਕਿਸੇ ਨੂੰ ਪੈਸੇ ਵੀ ਭੇਜ ਸਕਦੇ ਹਾਂ ਅਤੇ ਆਪਣੇ ਅਕਾਊਂਟ ਦੀ ਡਿਟੇਲ ਵੀ ਚੈੱਕ ਕਰ ਸਕਦੇ ਹਾਂ। ਤਾਂ ਅਸੀਂ ਹੁਣ ਲੌਗਇਨ ਕਰਕੇ ਅਸੀਂ ਜਦੋਂ ਲੌਗਇਨ ਤੇ ਕਲਿੱਕ ਕਰਾਂਗੇ ਤਾਂ ਸਾਡਾ ਅਕਾਊਂਟ ਖੁੱਲ ਜਾਵੇਗਾ। ਇਸ ਵਿੱਚ ਅਸੀਂ ਕਲਿੱਕ ਹੇਅਰ ਫॉर ਬੈਲੈਂਸ ਤੇ ਕਲਿੱਕ ਕਰਕੇ ਆਪਣਾ ਬੈਲੈਂਸ ਚੈੱਕ ਕਰ ਸਕਦੇ ਹਾਂ। ਅਸੀਂ ਕਿਸੇ ਨੂੰ ਪੇਮੈਂਟ ਕਰ ਸਕਦੇ ਹਾਂ, ਬਿੱਲ ਦੀ ਅਦਾਇਗੀ ਕਰ ਸਕਦੇ ਹਾਂ, ਆਨਲਾਈਨ ਫਿਕਸ ਡਿਪੋਜ਼ਿਟ ਕਰਾ ਸਕਦੇ ਹਾਂ ਅਤੇ ਟੈਕਸ ਵੀ ਪੇ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਅਕਾਊਂਟ ਦੀ ਸਟੇਟਮੈਂਟ ਵੀ ਵੇਖ ਸਕਦੇ ਹਾਂ। ਤਾਂ ਦੇਖਿਆ ਕਿੰਨਾ ਸੌਖਾ ਹੈ। ਇੱਕ ਕਲਿੱਕ ਦੀ ਮਦਦ ਨਾਲ ਹੀ ਅਸੀਂ ਬੈਂਕ ਦੀਆਂ ਸਾਰੀਆਂ ਸੁਵਿਧਾਵਾਂ ਦਾ ਫਾਇਦਾ ਉਠਾ ਸਕਦੇ ਹਾਂ। ਤਾਂ ਚਲੋ ਬੱਚਿਓ, ਹੁਣ ਅਸੀਂ ਦੇਖਦੇ ਹਾਂ ਕਿ ਆਨਲਾਈਨ ਸ਼ਾਪਿੰਗ ਕੀ ਹੁੰਦੀ ਹੈ। ਆਨਲਾਈਨ ਸ਼ਾਪਿੰਗ ਵੀ ਦੋ ਅੱਖਰਾਂ ਦਾ ਮੇਲ ਹੈ, ਇੰਟਰਨੈਟ ਅਤੇ ਸ਼ਾਪਿੰਗ। ਤਾਂ ਇੰਟਰਨੈਟ ਬਾਰੇ ਤਾਂ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਇਸਨੇ ਪੂਰੀ ਦੁਨੀਆ ਨੂੰ ਆਪਸ ਵਿੱਚ ਜੋੜਿਆ ਹੈ ਅਤੇ ਇਸ ਰਾਹੀਂ ਅਸੀਂ ਸੂਚਨਾ ਤੇ ਸਰੋਤ ਨੂੰ ਸਾਂਝਾ ਕਰ ਸਕਦੇ ਹਾਂ। ਤੇ ਜਦੋਂ ਇੰਟਰਨੈਟ ਦੀ ਵਰਤੋਂ ਬੈਂਕਾਂ ਨੇ ਕਰ ਲਈ ਤਾਂ ਬਾਜ਼ਾਰ ਕਿਵੇਂ ਰਹਿ ਜਾਵੇ। ਤਾਂ ਬਾਜ਼ਾਰ ਨੇ ਵੀ ਹੁਣ ਗਾਹਕ ਨਾਲ ਇੰਟਰਨੈਟ ਰਾਹੀਂ ਜੁੜ ਕੇ ਸ਼ਾਪਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਤੇ ਸ਼ਾਪਿੰਗ ਦਾ ਮਤਲਬ ਤਾਂ ਤੁਸੀਂ ਜਾਣਦੇ ਹੀ ਹੋ, ਖਰੀਦ ਫਰੋਖਤ। ਤਾਂ ਇੰਟਰਨੈਟ ਰਾਹੀਂ ਕੀਤੀ ਜਾਣ ਵਾਲੀ ਸ਼ਾਪਿੰਗ ਨੂੰ ਅਸੀਂ ਆਨਲਾਈਨ ਸ਼ਾਪਿੰਗ ਕਹਿ ਦਿੰਦੇ ਹਾਂ। ਹੁਣ ਅਸੀਂ ਜਾਣੀਏ ਕਿ ਆਨਲਾਈਨ ਸ਼ਾਪਿੰਗ ਦਾ ਅਰਥ ਕੀ ਹੈ। ਆਨਲਾਈਨ ਸ਼ਾਪਿੰਗ ਇਲੈਕਟ੍ਰੋਨਿਕ ਕਮਰਸ ਮਤਲਬ ਈ-ਕਮਰਸ ਜਾਂ ਵਪਾਰ ਦਾ ਇੱਕ ਤਰੀਕਾ ਜੋ ਕਿ ਉਪਭੋਗਤਾ ਨੂੰ ਇੰਟਰਨੈਟ ਤੇ ਵੈਬ ਬਰਾਊਜ਼ਰ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਬੱਚਿਓ, ਜਦੋਂ ਉਪਭੋਗਤਾ ਇੰਟਰਨੈਟ ਅਤੇ ਕਿਸੇ ਇਲੈਕਟ੍ਰੋਨਿਕ ਯੰਤਰ ਦੀ ਵਰਤੋਂ ਕਰਦੇ ਹੋਏ ਬਾਜ਼ਾਰ ਨਾਲ ਜੁੜ ਜਾਂਦਾ ਹੈ ਤਾਂ ਉਹੀ ਆਨਲਾਈਨ ਸ਼ਾਪਿੰਗ ਅਖਵਾਉਂਦਾ ਹੈ। ਤਾਂ ਬਾਜ਼ਾਰ ਵੀ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਉਪਭੋਗਤਾ ਤੱਕ ਪਹੁੰਚ ਸਕਦਾ ਹੈ। ਤਾਂ ਇਸ ਰਾਹੀਂ ਦੋਨਾਂ ਹੀ ਦੇ ਵਿੱਚ ਇੱਕ ਸੁਮੇਲ ਹੁੰਦਾ ਹੈ, ਜਿਸ ਨੂੰ ਅਸੀਂ ਆਨਲਾਈਨ ਸ਼ਾਪਿੰਗ ਕਹਿੰਦੇ ਹਾਂ। ਇੰਟਰਨੈਟ ਦੀ ਵਰਤੋਂ ਕਰਕੇ ਦੋਨੋਂ ਲਾਭ ਉਠਾ ਸਕਦੇ ਹਨ, ਕਿਉਂਕਿ ਬਾਜ਼ਾਰ ਦੇ ਵਿੱਚ ਵਿਕਣ ਵਾਲੇ ਸਮਾਨ ਦੀ ਉਹ ਐਡ ਕਰ ਸਕਦੇ ਹਨ ਇੰਟਰਨੈਟ ਰਾਹੀਂ ਅਤੇ ਉਪਭੋਗਤਾ ਇੰਟਰਨੈਟ ਰਾਹੀਂ ਘਰ ਬੈਠੇ ਹੀ ਸਮਾਨ ਮੰਗਵਾ ਸਕਦੇ ਹਨ। ਤਾਂ ਦੇਖਿਆ ਬੱਚੋ, ਅਸੀਂ ਆਨਲਾਈਨ ਸ਼ਾਪਿੰਗ ਦੇ ਜ਼ਰੀਏ ਘਰ ਬੈਠੇ ਬਸ ਇੱਕ ਕਲਿੱਕ ਦੀ ਮਦਦ ਨਾਲ ਕੁਛ ਵੀ ਜਿਵੇਂ ਕਿ ਕੱਪੜੇ, ਸ਼ੂਜ਼, ਘੜੀਆਂ ਜਾਂ ਕੋਈ ਵੀ ਇਲੈਕਟ੍ਰੋਨਿਕ ਯੰਤਰ ਬੜੀ ਹੀ ਆਸਾਨੀ ਨਾਲ ਘਰ ਬੈਠੇ ਹੀ ਮੰਗਵਾ ਸਕਦੇ ਹਾਂ। ਤਾਂ ਚਲੋ ਹੁਣ ਅਸੀਂ ਦੇਖੀਏ ਕਿ ਆਨਲਾਈਨ ਸ਼ਾਪਿੰਗ ਕਰਨ ਲਈ ਸਾਨੂੰ ਕੀ ਕੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕੋਈ ਇਲੈਕਟ੍ਰੋਨਿਕ ਯੰਤਰ ਜਿਵੇਂ ਕਿ ਕੰਪਿਊਟਰ ਜਾਂ ਸਮਾਰਟਫੋਨ ਹੋਣਾ ਚਾਹੀਦਾ ਹੈ, ਜਿਸ ਰਾਹੀਂ ਅਸੀਂ ਸ਼ਾਪਿੰਗ ਕਰ ਸਕੀਏ। ਪਰ ਇਸ ਦਾ ਇੱਕ ਅਭਿੰਨ ਭਾਗ ਹੈ ਇੰਟਰਨੈਟ, ਕਿਉਂਕਿ ਇੰਟਰਨੈਟ ਤੋਂ ਬਿਨਾਂ ਤੇ ਆਨਲਾਈਨ ਸ਼ਾਪਿੰਗ ਮੁਮਕਿਨ ਹੀ ਨਹੀਂ। ਤਾਂ ਇੰਟਰਨੈਟ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਜਾਣੀਏ ਕਿ ਇਹਨਾਂ ਦੀ ਵਰਤੋਂ ਕਰਕੇ ਅਸੀਂ ਕਿਵੇਂ ਆਨਲਾਈਨ ਸ਼ਾਪਿੰਗ ਕਰਾਂਗੇ। ਤਾਂ ਉਸ ਵਾਸਤੇ ਸਾਨੂੰ ਵੈਬ ਬਰਾਊਜ਼ਰ 'ਚ ਵੈਬਸਾਈਟ ਖੋਲ੍ਹਣੀ ਪੈਂਦੀ ਹੈ। ਤਾਂ ਵੈਬਸਾਈਟ ਤਾਂ ਬਹੁਤ ਸਾਰੀਆਂ ਹਨ, ਜਿਵੇਂ ਕਿ ਫਲਿੱਪਕਾਰਟ, ਐਮਾਜ਼ੋਨ, ਸਨੈਪਡੀਲ, ਮਿੰਤਰਾ। ਅਜਿਹੀਆਂ ਬੜੀਆਂ ਹੀ ਵੈਬਸਾਈਟਾਂ ਹਨ ਜੋ ਕਿ ਬਾਜ਼ਾਰ ਵਿੱਚ ਉਪਲਬਧ ਹਨ ਅਤੇ ਅਸੀਂ ਇਹਨਾਂ ਰਾਹੀਂ ਸ਼ਾਪਿੰਗ ਕਰ ਸਕਦੇ ਹਾਂ। ਚਲੋ ਬੱਚਿਓ, ਹੁਣ ਅਸੀਂ ਜਾਣੀਏ ਕਿ ਆਨਲਾਈਨ ਸ਼ਾਪਿੰਗ ਦਾ ਪ੍ਰੋਸੈਸ ਕੀ ਹੈ। ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਈ-ਕਮਰਸ ਮਤਲਬ ਕਿਸੇ ਇਲੈਕਟ੍ਰੋਨਿਕ ਯੰਤਰ ਦੀ ਵਰਤੋਂ ਕਰਦੇ ਹੋਏ ਅਸੀਂ ਵੈਬ ਬਰਾਊਜ਼ਰ ਨੂੰ ਖੋਲ੍ਹ ਕੇ ਵੈਬਸਾਈਟ ਓਪਨ ਕਰਦੇ ਹਾਂ। ਵੈਬਸਾਈਟ ਓਪਨ ਕਰਨ ਉਪਰੰਤ ਅਸੀਂ ਉਸ ਦੇ ਵਿੱਚ ਜੋ ਵਸਤੂਆਂ ਹੁੰਦੀਆਂ ਹਨ ਉਹਨਾਂ ਨੂੰ ਆਪਣੇ ਬਜਟ ਅਤੇ ਆਪਣੀ ਜ਼ਰੂਰਤ ਦੇ ਅਨੁਸਾਰ ਚੋਣ ਕਰਦੇ ਹਾਂ ਕਿ ਸਾਨੂੰ ਇਹ ਵਸਤੂ ਚਾਹੀਦੀ ਹੈ ਜਾਂ ਨਹੀਂ, ਕਿਤੇ ਵਸਤੂ ਮਹਿੰਗੀ ਤਾਂ ਨਹੀਂ, ਅਸੀਂ ਇਹਨੂੰ ਖਰੀਦ ਸਕਦੇ ਹਾਂ ਜਾਂ ਨਹੀਂ ਖਰੀਦ ਸਕਦੇ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਵਸਤੂ ਦੀ ਚੋਣ ਕਰਦੇ ਹਾਂ। ਵਸਤੂ ਦੀ ਚੋਣ ਕਰਨ ਉਪਰੰਤ ਅਸੀਂ ਬੈਂਕ ਨੂੰ ਭੁਗਤਾਨ ਕਰਨ ਲਈ ਰਿਕੁਐਸਟ ਭੇਜਦੇ ਹਾਂ। ਜਦੋਂ ਬੈਂਕ ਉਸ ਭੁਗਤਾਨ ਨੂੰ ਕਰ ਦਿੰਦਾ ਹੈ ਤਾਂ ਉਹ ਵਾਪਸ ਵੈਬਸਾਈਟ ਨੂੰ ਇਹ ਸੰਦੇਸ਼ ਪਹੁੰਚਾਉਂਦਾ ਹੈ ਕਿ ਪੇਮੈਂਟ ਹੋ ਚੁੱਕੀ ਹੈ
ਤਾਂ ਜਦੋਂ ਵੈਬਸਾਈਟ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਪਭੋਗਤਾ ਵੱਲੋਂ ਵਸਤੂ ਦੀ ਚੋਣ ਕੀਤੀ ਗਈ ਸੀ ਅਤੇ ਉਸ ਦੀ ਪੇਮੈਂਟ ਵੀ ਕਰ ਦਿੱਤੀ ਗਈ ਹੈ, ਤਾਂ ਉਹ ਉਸ ਦਾ ਆਰਡਰ ਪਲੇਸ ਕਰਕੇ ਵੇਅਰ ਹਾਊਸ ਤੱਕ ਪਹੁੰਚਾ ਦਿੰਦਾ ਹੈ। ਤਾਂ ਵੇਅਰ ਹਾਊਸ ਉਹ ਜਗ੍ਹਾ ਹੁੰਦੀ ਹੈ ਜਿੱਥੇ ਆਨਲਾਈਨ ਸ਼ਾਪਿੰਗ ਦੁਆਰਾ ਜਿੰਨਾ ਵੀ ਕੀਤਾ ਗਿਆ ਸਮਾਨ ਉੱਥੇ ਰੱਖਿਆ ਜਾਂਦਾ ਹੈ ਅਤੇ ਉਸ ਦੀ ਪੈਕਿੰਗ ਹੁੰਦੀ ਹੈ। ਤਾਂ ਵੇਅਰ ਹਾਊਸ ਤੋਂ ਸਮਾਨ ਪੈਕ ਕਰਕੇ ਭੇਜ ਦਿੱਤਾ ਜਾਂਦਾ ਹੈ। ਤਾਂ ਸ਼ਿਪਿੰਗ ਰਾਹੀਂ ਉਹ ਕਸਟਮਰ ਤੱਕ ਪਹੁੰਚਾਇਆ ਜਾਂਦਾ ਹੈ। ਤਾਂ ਸ਼ਿਪਿੰਗ ਦਾ ਇੱਕ ਟਰੈਕ ਨੰਬਰ ਹੁੰਦਾ ਹੈ ਜਿਸ ਰਾਹੀਂ ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਸਮਾਨ ਕਿੱਥੇ ਪਹੁੰਚਿਆ ਹੈ ਅਤੇ ਸਾਡੇ ਕੋਲ ਕਦੋਂ ਪਹੁੰਚੇਗਾ। ਤਾਂ ਉਹ ਸਮਾਨ ਫਿਰ ਕਸਟਮਰ ਕੋਲ ਘਰੇ ਬੈਠੇ ਹੀ ਪਹੁੰਚ ਜਾਂਦਾ ਹੈ। ਤਾਂ ਕਸਟਮਰ ਫਿਰ ਦੁਬਾਰਾ ਤੋਂ ਸ਼ਾਪਿੰਗ ਘਰੇ ਬੈਠੇ ਹੀ ਇੰਟਰਨੈਟ ਦੇ ਜ਼ਰੀਏ ਦੁਬਾਰਾ ਤੋਂ ਕਰ ਸਕਦਾ ਹੈ। ਤਾਂ ਇਹ ਚੱਕਰ ਤਾਂ ਚੱਲਦਾ ਹੀ ਜਾਂਦਾ ਹੈ। ਤਾਂ ਚਲੋ ਬੱਚਿਓ, ਹੁਣ ਅਸੀਂ ਦੇਖੀਏ ਕਿ ਆਨਲਾਈਨ ਸ਼ਾਪਿੰਗ ਦੇ ਫਾਇਦੇ ਕੀ ਹਨ। ਇਸ ਦਾ ਸਭ ਤੋਂ ਪਹਿਲਾ ਫਾਇਦਾ ਹੈ ਕਿ ਅਸੀਂ ਘਰ ਬੈਠੇ ਹੀ ਸ਼ਾਪਿੰਗ ਕਰ ਸਕਦੇ ਹਾਂ। ਸਾਨੂੰ ਘਰੋਂ ਬਾਹਰ ਜਾਣ ਦੀ ਲੋੜ ਹੀ ਨਹੀਂ ਹੁੰਦੀ। ਅਸੀਂ ਘਰ ਆਪਣੇ ਸੋਫੇ 'ਤੇ ਬੈਠ ਕੇ ਆਰਾਮ ਨਾਲ ਚਾਹ ਪੀਂਦੇ ਹੋਏ ਵੀ ਸ਼ਾਪਿੰਗ ਕਰ ਸਕਦੇ ਹਾਂ। ਦਿਨ ਹੋਵੇ ਜਾਂ ਰਾਤ ਹੋਵੇ, ਅਸੀਂ ਜਦੋਂ ਮਰਜ਼ੀ ਸ਼ਾਪਿੰਗ ਕਰ ਸਕਦੇ ਹਾਂ। ਕਦੀ ਕਦੀ ਬੱਚਿਓ, ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਦਿਨੇ ਬਾਜ਼ਾਰ ਜਾ ਕੇ ਕੁਝ ਖਰੀਦ ਸਕੀਏ, ਪਰ ਅਸੀਂ ਰਾਤ ਨੂੰ 10 ਮਿੰਟ ਕੱਢ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ, ਜੋ ਸਾਡੇ ਲਈ ਬਹੁਤ ਹੀ ਸੌਖਾ ਹੁੰਦਾ ਹੈ। ਅਤੇ ਕਈ ਨੌਕਰੀ ਕਰਨ ਵਾਲਿਆਂ ਲਈ ਇਹ ਬਹੁਤ ਔਖਾ ਹੈ ਕਿ ਉਹ ਬਾਜ਼ਾਰ ਜਾ ਕੇ ਸਮਾਨ ਦੀ ਖਰੀਦ ਫਰੋਖਤ ਕਰਨ। ਤਾਂ ਦੇਖਿਆ ਬੱਚੋ, ਸਾਡਾ ਜੀਵਨ ਕਿੰਨਾ ਸੁਖਾਲਾ ਬਣ ਗਿਆ ਹੈ। ਅਸੀਂ ਆਰਾਮ ਨਾਲ ਬੈਠ ਕੇ ਚਾਹ ਪੀਂਦੇ ਹੋਏ ਸ਼ਾਪਿੰਗ ਕਰ ਸਕਦੇ ਹਾਂ। ਤਾਂ ਦੂਸਰਾ ਫਾਇਦਾ ਹੈ, ਸਮੇਂ ਦੀ ਬਚਤ ਹੁੰਦੀ ਹੈ ਅਤੇ ਆਉਣ ਜਾਣ ਦਾ ਖਰਚਾ ਵੀ ਬਚਦਾ ਹੈ। ਤਾਂ ਬੱਚਿਓ, ਤੁਹਾਨੂੰ ਤਾਂ ਪਤਾ ਹੀ ਹੈਗਾ ਹੈ ਕਿ ਜਦੋਂ ਅਸੀਂ ਬਾਜ਼ਾਰ ਜਾਣਾ ਹੋਵੇ ਤਾਂ ਸਾਨੂੰ ਕਿਸੇ ਨਾ ਕਿਸੇ ਟਰਾਂਸਪੋਰਟ ਦੀ ਵਰਤੋਂ ਕਰਨੀ ਪੈਂਦੀ ਹੈ, ਜਿਵੇਂ ਕਿ ਰਿਕਸ਼ਾ, ਬੱਸ ਜਾਂ ਆਟੋ। ਉਸ ਦੇ ਵਿੱਚ ਲੱਗਣ ਵਾਲਾ ਸਮਾਂ ਅਤੇ ਕਿਰਾਇਆ ਦੋਵੇਂ ਹੀ ਬਚ ਜਾਂਦੇ ਹਨ। ਤਾਂ ਹੋਇਆ ਨਾ ਆਨਲਾਈਨ ਸ਼ਾਪਿੰਗ ਦਾ ਦੁੱਗਣਾ ਫਾਇਦਾ ਕਿ ਸਮਾਂ ਤਾਂ ਬਚ ਹੀ ਰਿਹਾ ਹੈ, ਨਾਲ ਦੇ ਨਾਲ ਸਾਡਾ ਖਰਚਾ ਵੀ ਬਚ ਰਿਹਾ ਹੈ। ਸਾਡਾ ਤੀਸਰਾ ਫਾਇਦਾ ਹੈ, ਸਮਾਨ ਦੀ ਚੋਣ ਕਰਨ ਲਈ ਕਈ ਤਰ੍ਹਾਂ ਦੀਆਂ ਆਪਸ਼ਨ ਹੁੰਦੀਆਂ ਹਨ। ਅਸੀਂ ਉਸ ਦੇ ਵਿੱਚ ਬਸ ਲਿਖ ਦਿੰਦੇ ਹਾਂ ਕਿ ਸਾਨੂੰ ਕੀ ਚਾਹੀਦਾ ਹੈ, ਤਾਂ ਉਸ ਦੇ ਵਿੱਚ ਵੱਖ-ਵੱਖ ਆਪਸ਼ਨਸ ਆ ਜਾਂਦੀਆਂ ਹਨ। ਅਸੀਂ ਕਿਸੇ ਵੀ ਤਰੀਕੇ ਦੀ ਡਰੈਸ ਜਾਂ ਸ਼ੂਜ਼ ਉਸ ਦੀ ਚੋਣ ਕਰਕੇ ਉਸ ਦੇ ਵਿੱਚ ਕਲਰਸ ਦੀ ਆਪਸ਼ਨ ਵੀ ਲੱਭ ਸਕਦੇ ਹਾਂ। ਤਾਂ ਤੁਹਾਡੇ ਸਾਹਮਣੇ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਦੀਆਂ ਵੱਖ-ਵੱਖ ਡਰੈਸਿਸ ਹਨ, ਜਿਸ ਦੇ ਵਿੱਚੋਂ ਕਿਸੇ ਵੀ ਡਰੈਸ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਵੈਬਸਾਈਟਾਂ 'ਤੇ ਜਾ ਕੇ ਆਪਣੀ ਚੀਜ਼ ਦੀ ਕੀਮਤ ਦੀ ਤੁਲਨਾ ਵੀ ਕਰ ਸਕਦੇ ਹਾਂ ਕਿ ਕਿੱਥੋਂ ਸਾਨੂੰ ਸਮਾਨ ਸਸਤਾ ਮਿਲ ਰਿਹਾ ਹੈ ਅਤੇ ਕਿੱਥੋਂ ਮਹਿੰਗਾ ਮਿਲ ਰਿਹਾ ਹੈ। ਤਾਂ ਜਿਸ ਵੈਬਸਾਈਟ ਤੋਂ ਸਾਨੂੰ ਸਮਾਨ ਸਸਤਾ ਮਿਲ ਰਿਹਾ ਹੋਵੇ ਜਾਂ ਸਾਡੇ ਬਜਟ ਵਿੱਚ ਹੋਵੇ, ਅਸੀਂ ਉੱਥੋਂ ਸਮਾਨ ਮੰਗਵਾ ਸਕਦੇ ਹਾਂ। ਸਾਨੂੰ ਪੈਸੇ ਜ਼ਿਆਦਾ ਖਰਚਣ ਦੀ ਕੋਈ ਲੋੜ ਨਹੀਂ ਹੈ। ਤਾਂ ਦੇਖਿਆ ਬੱਚੋ, ਆਨਲਾਈਨ ਸ਼ਾਪਿੰਗ ਦਾ ਕਿੰਨਾ ਫਾਇਦਾ ਹੈ। ਘਰ ਬੈਠੇ ਹੀ ਅਸੀਂ ਬਾਜ਼ਾਰ ਦਾ ਆਨੰਦ ਉਠਾ ਸਕਦੇ ਹਾਂ। ਅਸੀਂ ਉਸ ਦੇ ਵਿੱਚ ਤਸਵੀਰਾਂ ਦੇ ਜ਼ਰੀਏ ਦੇਖ ਸਕਦੇ ਹਾਂ ਕਿ ਬਾਜ਼ਾਰ ਵਿੱਚ ਕੀ ਉਪਲਬਧ ਹੈ ਅਤੇ ਉਸ ਦੀ ਕੀਮਤ ਕੀ ਹੈ। ਇਸ ਤੋਂ ਇਲਾਵਾ ਅਸੀਂ ਕਈ ਤਰ੍ਹਾਂ ਦੇ ਆਫਰ ਅਤੇ ਡਿਸਕਾਊਂਟ ਦੀ ਲਾਭ ਉਠਾ ਸਕਦੇ ਹਾਂ। ਕਈ ਵਾਰ ਤਿਉਹਾਰਾਂ 'ਤੇ ਸਪੈਸ਼ਲ ਆਫਰ ਲੱਗ ਜਾਂਦੇ ਹਨ, ਜੋ ਕਿ ਆਨਲਾਈਨ ਸ਼ਾਪਿੰਗ ਦੁਆਰਾ ਹੀ ਮਿਲ ਸਕਦੇ ਹਨ। ਅਤੇ ਅਸੀਂ ਆਨਲਾਈਨ ਸ਼ਾਪਿੰਗ ਕਰਕੇ ਉਹਨਾਂ ਡੀਲਸ ਜਾਂ ਉਹਨਾਂ ਆਫਰਾਂ ਦਾ ਲਾਭ ਉਠਾ ਸਕਦੇ ਹਾਂ। ਇਸ ਤੋਂ ਇਲਾਵਾ ਉਸ ਦੇ ਵਿੱਚ ਸੇਲ ਵੀ ਲੱਗ ਜਾਂਦੀ ਹੈ। ਤਾਂ ਸੇਲ ਦਾ ਫਾਇਦਾ ਤਾਂ ਹੁੰਦਾ ਹੀ ਹੈ। ਇੱਕ ਤਾਂ ਘਰ ਬੈਠੇ ਸਮਾਨ ਮਿਲ ਜਾਂਦਾ ਹੈ, ਉੱਪਰੋਂ ਸਸਤਾ ਵੀ ਹੋ ਜਾਂਦਾ ਹੈ। ਤਾਂ ਹੋਇਆ ਨਾ ਬੱਚਿਓ, ਫਾਇਦਾ ਹੀ ਫਾਇਦਾ। ਇਸ ਤੋਂ ਬਾਅਦ ਘਰ ਬੈਠੇ ਹੀ ਸਾਨੂੰ ਸਮਾਨ ਪਹੁੰਚ ਜਾਂਦਾ ਹੈ। ਸਾਡੇ ਤੱਕ ਸਮਾਨ ਪਹੁੰਚਣ ਦੀ ਕੋਈ ਮੁਸ਼ਕਿਲ ਹੀ ਨਹੀਂ ਹੁੰਦੀ,
ਕਿਉਂਕਿ ਸਮਾਨ ਤਾਂ ਸਾਡੇ ਘਰ ਤੱਕ ਹੀ ਆ ਜਾਂਦਾ ਹੈ। ਤਾਂ ਦੇਖਿਆ ਬੱਚੋ ਕਿੰਨਾ ਸੌਖਾ ਹੈ ਆਨਲਾਈਨ ਸ਼ਾਪਿੰਗ ਕਰਨਾ। ਘਰ ਬੈਠੇ ਹੀ ਸਮਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਿਪਿੰਗ ਰਾਹੀਂ ਸਾਡੇ ਘਰ ਸਮਾਨ ਪਹੁੰਚ ਜਾਂਦਾ ਹੈ। ਤਾਂ ਚਲੋ ਹੁਣ ਅਸੀਂ ਆਨਲਾਈਨ ਸ਼ਾਪਿੰਗ ਦੇ ਫਾਇਦੇ ਤੇ ਜਾਣ ਹੀ ਚੁੱਕੇ ਹਾਂ। ਹੁਣ ਅਸੀਂ ਆਨਲਾਈਨ ਸ਼ਾਪਿੰਗ ਕਰਨਾ ਵੀ ਸਿੱਖ ਲਈਏ। ਤਾਂ ਇਸ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕਿਸੇ ਇੱਕ ਵੈਬ ਬਰਾਊਜ਼ਰ ਜਿਵੇਂ ਕਿ ਗੂਗਲ ਕ੍ਰੋਮ ਨੂੰ ਖੋਲ੍ਹਣਾ ਪਵੇਗਾ। ਵੈਬ ਬਰਾਊਜ਼ਰ ਓਪਨ ਹੋਣ ਉਪਰੰਤ ਅਸੀਂ ਐਡਰੈਸ ਬਾਰ ਦੇ ਵਿੱਚ ਵੈਬਸਾਈਟ ਦਾ ਐਡਰੈਸ ਭਰਾਂਗੇ। ਤਾਂ ਮੈਂ ਇੱਥੇ ਐਮਾਜ਼ੋਨ ਦਾ ਐਡਰੈਸ ਭਰਨ ਜਾ ਰਹੀ ਹਾਂ, ਜੋ ਕਿ ਹੈ www.amazon.in। ਅਜਿਹੀਆਂ ਹੋਰ ਵੀ ਬੜੀਆਂ ਵੈਬਸਾਈਟਾਂ ਨੇ ਜਿਨ੍ਹਾਂ 'ਤੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ। ਤਾਂ ਇਹ ਦੇਖੋ ਬੱਚੋ, ਤੁਹਾਡੇ ਸਾਹਮਣੇ ਕਿੰਨੇ ਹੀ ਪ੍ਰੋਡਕਟਸ, ਕਿੰਨੀਆਂ ਹੀ ਵਸਤੂਆਂ ਹਨ ਜਿਨ੍ਹਾਂ 'ਤੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ। ਇਸ ਦੇ ਵਿੱਚ ਆਫਰਸ ਅਤੇ ਸੇਲਸ ਜੋ ਵੀ ਲੱਗੀਆਂ ਹੋਣ ਉਹ ਇਸ ਦੇ ਮੁੱਖ ਪੰਨੇ 'ਤੇ ਹੀ ਆ ਜਾਂਦੀਆਂ ਹਨ। ਤੁਸੀਂ ਇਸ ਦੇ ਵਿੱਚੋਂ ਕਿਸੇ ਵੀ ਤਰੀਕੇ ਦਾ ਸਮਾਨ ਮੰਗਾ ਸਕਦੇ ਹੋ, ਜਿਵੇਂ ਕਿ ਮੋਬਾਈਲਸ, ਕੋਈ ਕੰਪਿਊਟਰਸ ਨਾਲ ਰਿਲੇਟਿਡ ਜਾਂ ਕੋਈ ਕਿਤਾਬਾਂ ਨਾਲ ਰਿਲੇਟਿਡ ਸਮਾਨ। ਹੁਣ ਅਸੀਂ ਇੱਥੋਂ ਕੋਈ ਕਿਤਾਬ ਦਾ ਆਰਡਰ ਪਲੇਸ ਕਰਕੇ ਦੇਖਾਂਗੇ, ਜਿਸ ਵਾਸਤੇ ਅਸੀਂ ਬੁੱਕਸ 'ਤੇ ਕਲਿੱਕ ਕਰਾਂਗੇ। ਬੁੱਕਸ 'ਤੇ ਕਲਿੱਕ ਕਰਨ ਉਪਰੰਤ ਅਸੀਂ ਦੇਖਾਂਗੇ ਕਿ ਇਸ ਵਿੱਚ ਕਿਹੜੀਆਂ-ਕਿਹੜੀਆਂ ਬੁੱਕਸ ਉਪਲਬਧ ਹਨ। ਤਾਂ ਆਹ ਦੇਖੋ ਬੱਚਿਓ, ਤੁਹਾਡੇ ਸਾਹਮਣੇ ਕਈ ਕਿਤਾਬਾਂ ਹਨ ਜੋ ਕਿ ਇਸ ਦੇ ਵਿੱਚ ਜਿਵੇਂ ਕਿ ਕਹਾਣੀਆਂ ਦੀ ਵੱਖ-ਵੱਖ ਭਾਸ਼ਾਵਾਂ 'ਚ ਵੀ ਬੁੱਕਸ ਉਪਲਬਧ ਹਨ। ਤਾਂ ਤੁਸੀਂ ਇਸ ਦੇ ਵਿੱਚੋਂ ਕੋਈ ਵੀ ਬੁੱਕ ਆਰਡਰ ਕਰ ਸਕਦੇ ਹੋ। ਤਾਂ ਮੈਂ ਇੱਥੇ ਵਿੰਗਸ ਆਫ ਫਾਇਰ, ਜੋ ਕਿ ਸ਼੍ਰੀ APJ ਅਬਦੁਲ ਕਲਾਮ ਜੀ ਦੀ ਬੁੱਕ ਹੈ, ਉਸ ਬੁੱਕ ਨੂੰ ਲੱਭਦੀ ਹਾਂ। ਤਾਂ ਬੱਚਿਓ ਇਹ ਦੇਖੋ, ਸਾਨੂੰ ਉਹ ਬੁੱਕ ਲੱਭ ਚੁੱਕੀ ਹੈ ਜਿਸ ਵਿੱਚ ਕਿ ਅਬਦੁਲ ਕਲਾਮ ਜੀ ਦੀ ਆਟੋਬਾਇਓਗ੍ਰਾਫੀ ਹੈ। ਮੈਂ ਇਸ 'ਤੇ ਕਲਿੱਕ ਕਰਾਂਗੀ। ਇਸ 'ਤੇ ਕਲਿੱਕ ਕਰਨ ਉਪਰੰਤ ਮੈਨੂੰ ਇੱਥੇ ਇਸ ਦਾ ਮੁੱਲ, ਜੋ ਕਿ 325 ਰੁਪਏ ਲਿਖਿਆ ਹੈ, ਨਜ਼ਰ ਆ ਜਾਵੇਗਾ ਅਤੇ ਇਸ ਬੁੱਕ ਬਾਰੇ ਲਿਖਿਆ ਹੋਏਗਾ ਕਿ ਉਸਨੂੰ ਕਿਸ ਨੇ ਲਿਖਿਆ ਹੈ ਅਤੇ ਉਹ ਬੁੱਕ ਕਿਸ ਦੇ ਬਾਰੇ ਹੈ। ਤਾਂ ਦੇਖਿਆ ਬੱਚੋ, ਉਸ ਦੀ ਡਿਸਕ੍ਰਿਪਸ਼ਨ, ਉਸ ਦੇ ਬਾਰੇ ਹਰ ਗੱਲ ਦਾ ਸਾਨੂੰ ਪਤਾ ਲੱਗ ਜਾਂਦਾ ਹੈ। ਸਾਨੂੰ ਕਿਸੇ ਦੁਕਾਨ 'ਤੇ ਜਾ ਕੇ ਉਹਨਾਂ ਨੂੰ ਪੁੱਛਣ ਦੀ ਜਾਂ ਆਪਣਾ ਸਮੇਂ ਵਿਅਰਥ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਅਸੀਂ ਇੰਟਰਨੈਟ ਦੇ ਜ਼ਰੀਏ ਆਪਣੇ ਘਰ ਬੈਠੇ ਹੀ ਆਨਲਾਈਨ ਸ਼ਾਪਿੰਗ ਦੇ ਜ਼ਰੀਏ ਹਰ ਚੀਜ਼ ਨੂੰ ਦੇਖ ਕੇ ਫਿਰ ਖਰੀਦ ਸਕਦੇ ਹਾਂ। ਤਾਂ ਅਗਰ ਤੁਹਾਨੂੰ ਇਹ ਕਿਤਾਬ ਪਸੰਦ ਹੋਵੇ ਤਾਂ ਤੁਸੀਂ ਇਸ ਨੂੰ ਐਡ ਟੂ ਕਾਰਟ ਕਰਨਾ ਹੈ। ਐਡ ਟੂ ਕਾਰਟ ਕਰਕੇ ਇਹ ਸਾਡੀ ਇਸ ਬਾਸਕਟ ਦੇ ਵਿੱਚ ਚਲੇ ਜਾਂਦਾ ਹੈ। ਇਸ ਬਾਸਕਟ ਨੂੰ ਓਪਨ ਕਰਕੇ ਅਸੀਂ ਦੇਖਾਂਗੇ ਕਿ ਅਸੀਂ ਕੀ ਸਿਲੈਕਟ ਕੀਤਾ ਹੈ। ਜਿਸ ਸਮਾਨ ਦੀ ਚੋਣ ਅਸੀਂ ਕੀਤੀ ਹੋਏਗੀ, ਅਸੀਂ ਫਿਰ ਉਸ ਦਾ ਆਰਡਰ ਪਲੇਸ ਕਰਾਂਗੇ। ਅਸੀਂ ਇੱਥੋਂ ਕੁਆਂਟਿਟੀ ਵਧਾ ਜਾਂ ਘਟਾ ਵੀ ਸਕਦੇ ਹਾਂ। ਮਤਲਬ ਕਿ ਤੁਸੀਂ ਅਗਰ ਇੱਕੋ ਹੀ ਚੀਜ਼ 2, 3 ਜਾਂ 4 ਜਾਂ 1 ਮੰਗਾਣੀ ਹੈ, ਤੁਸੀਂ ਉਹਦੀ ਗਿਣਤੀ ਇੱਥੋਂ ਸਿਲੈਕਟ ਕਰ ਸਕਦੇ ਹੋ। ਇਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਸੀਡ ਟੂ ਪੇ ਕਰੋਗੇ ਤਾਂ ਪ੍ਰੋਸੀਡ ਟੂ ਬਾਏ ਕਰਨ ਉਪਰੰਤ ਉਹ ਤੁਹਾਨੂੰ ਇੱਕ ਫ਼ੋਨ ਨੰਬਰ ਪੁੱਛੇਗਾ ਲੌਗਇਨ ਕਰਨ ਲਈ। ਅਗਰ ਤਾਂ ਤੁਹਾਡੇ ਕੋਲ ਪਹਿਲਾਂ ਤੋਂ ਹੀ ਲੌਗਇਨ ਨੰਬਰ ਹੈ ਤਾਂ ਤੁਸੀਂ ਉਸਨੂੰ ਇੱਥੇ ਭਰ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇੱਕ ਨਵਾਂ ਅਕਾਊਂਟ ਕ੍ਰੀਏਟ ਕਰਨਾ ਪਏਗਾ, ਜਿਸ ਵਾਸਤੇ ਤੁਸੀਂ ਕ੍ਰੀਏਟ ਅਕਾਊਂਟ 'ਤੇ ਜਾ ਕੇ ਆਪਣਾ ਨਾਮ, ਆਪਣਾ ਫ਼ੋਨ ਨੰਬਰ, ਆਪਣਾ ਈਮੇਲ ਐਡਰੈਸ ਅਤੇ ਇੱਕ ਪਾਸਵਰਡ ਰੱਖ ਕੇ ਕੰਟੀਨਿਊ ਕਰੋਗੇ ਤਾਂ ਤੁਸੀਂ ਇਸ ਦੇ ਵਿੱਚ ਆਪਣਾ ਐਡਰੈਸ ਵੀ ਸੇਵ ਕਰਕੇ ਰੱਖ ਸਕਦੇ ਹੋ। ਤਾਂ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਬਣੇ ਲੌਗਇਨ ਤੋਂ ਓਪਨ ਕਰਕੇ ਦਿਖਾਉਂਦੀ ਹਾਂ। ਤਾਂ ਦੇਖੋ ਬੱਚੋ, ਜਿਵੇਂ ਅਸੀਂ ਇੱਥੇ ਲੌਗਇਨ ਕਰਨ ਲਈ ਜੋ ਨੰਬਰ ਸੀ ਉਹ ਭਰਾਂਗੇ। ਹੁਣ ਉਹ ਸਾਨੂੰ ਪਾਸਵਰਡ ਪੁੱਛ ਰਿਹਾ ਹੈ।
ਪਾਸਵਰਡ ਭਰਨ ਉਪਰੰਤ ਇਸ ਦੇ ਵਿੱਚ ਸਾਡਾ ਐਡਰੈਸ ਤੇ ਸਾਡੀ ਹਰ ਡਿਟੇਲ ਆਪਣੇ ਆਪ ਹੀ ਆ ਜਾਂਦੀ ਹੈ। ਇਹ ਦੇਖੋ ਬੱਚਿਓ, ਤੁਹਾਡੇ ਸਾਹਮਣੇ ਇਸ ਦੇ ਐਡਰੈਸ ਦੀ ਡਿਟੇਲ ਆ ਚੁੱਕੀ ਹੈ। ਤੁਸੀਂ ਚਾਹੋ ਤੇ ਇਸ ਦਾ ਐਡਰੈਸ ਬਦਲ ਸਕਦੇ ਹੋ ਐਡਿਟ ਤੇ ਜਾ ਕੇ, ਨਹੀਂ ਤਾਂ ਤੁਸੀਂ ਡਿਲੀਵਰ ਟੂ ਦਿਸ ਐਡਰੈਸ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਤੇ ਆਰਡਰ ਪਲੇਸ ਹੋਣ ਤੋਂ ਬਾਅਦ ਤੁਸੀਂ ਇਸ ਦੀ ਪੇਮੈਂਟ ਵੱਖ-ਵੱਖ ਤਰੀਕਿਆਂ ਰਾਹੀਂ ਕਰ ਸਕਦੇ ਹੋ। ਆਨਲਾਈਨ ਨੈਟ ਬੈਂਕਿੰਗ ਰਾਹੀਂ ਵੀ ਕਰ ਸਕਦੇ ਹੋ ਜਾਂ ਕੈਸ਼ ਔਨ ਡਿਲੀਵਰੀ, ਮਤਲਬ ਕਿ ਤੁਹਾਨੂੰ ਸਮਾਨ ਘਰ ਹੀ ਪਹੁੰਚ ਜਾਵੇ। ਇਹ ਵੀ ਤੁਸੀਂ ਆਨਲਾਈਨ ਸ਼ਾਪਿੰਗ ਦੇ ਜ਼ਰੀਏ ਕਰ ਸਕਦੇ ਹੋ। ਤਾਂ ਬੱਚਿਓ, ਇਸ ਦੇ ਨਾਲ ਹੀ ਤੁਹਾਨੂੰ ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਆਨਲਾਈਨ ਸ਼ਾਪਿੰਗ ਕਿਵੇਂ ਕੀਤੀ ਜਾਂਦੀ ਹੈ ਇਸ ਦੇ ਬਾਰੇ ਪਤਾ ਲੱਗ ਚੁੱਕਾ ਹੋਵੇਗਾ। ਤਾਂ ਬੱਚਿਓ, ਤੁਸੀਂ ਅੱਜ ਕੀ ਸਿੱਖਿਆ? ਨੈਟ ਬੈਂਕਿੰਗ ਦੀ ਪਰਿਭਾਸ਼ਾ, ਨੈਟ ਬੈਂਕਿੰਗ ਦੀਆਂ ਸੇਵਾਵਾਂ, ਨੈਟ ਬੈਂਕਿੰਗ ਦੇ ਫਾਇਦੇ, ਨੈਟ ਬੈਂਕਿੰਗ ਕਰਨ ਦੇ ਸਟੈਪ, ਆਨਲਾਈਨ ਸ਼ਾਪਿੰਗ ਦਾ ਅਰਥ, ਆਨਲਾਈਨ ਸ਼ਾਪਿੰਗ ਦਾ ਪ੍ਰੋਸੈਸ, ਆਨਲਾਈਨ ਸ਼ਾਪਿੰਗ ਦੇ ਫਾਇਦੇ ਅਤੇ ਆਨਲਾਈਨ ਸ਼ਾਪਿੰਗ ਕਰਨ ਦਾ ਤਰੀਕਾ। ਤਾਂ ਦੇਖਿਆ ਬੱਚੋ, ਅੱਜ ਤੁਸੀਂ ਕਿੰਨਾ ਕੁਝ ਨਵਾਂ ਸਿੱਖ ਲਿਆ ਹੈ। ਤਾਂ ਹੁਣ ਸਮਾਂ ਹੈ ਕੁਝ ਪ੍ਰਸ਼ਨ ਪੁੱਛਣ ਦਾ। ਤਾਂ ਮੈਂ ਹੁਣ ਤੁਹਾਡੇ ਕੋਲੋਂ ਕੁਝ ਪ੍ਰਸ਼ਨ ਪੁੱਛਾਂਗੀ। ਤੁਹਾਡਾ ਸਭ ਤੋਂ ਪਹਿਲਾ ਪ੍ਰਸ਼ਨ ਹੈ, ਨੈਟ ਬੈਂਕਿੰਗ ਲਈ ਕਿਸ ਟੈਕਨੋਲੋਜੀ ਦੀ ਵਰਤੋਂ ਹੁੰਦੀ ਹੈ? ਸੋਚੋ। ਮੈਨੂੰ ਲੱਗਦਾ ਹੈ ਤੁਹਾਨੂੰ ਇਸ ਦਾ ਜਵਾਬ ਆਂਦਾ ਹੋਵੇਗਾ। ਤਾਂ ਇਸ ਦਾ ਸਹੀ ਉੱਤਰ ਹੈ ਇੰਟਰਨੈਟ। ਇੰਟਰਨੈਟ ਰਾਹੀਂ ਅਸੀਂ ਨੈਟ ਬੈਂਕਿੰਗ ਕਰਦੇ ਹਾਂ। ਤੁਹਾਡਾ ਦੂਸਰਾ ਪ੍ਰਸ਼ਨ ਹੈ, ਨੈਟ ਬੈਂਕਿੰਗ ਦੀ ਸੁਵਿਧਾ ਪ੍ਰਦਾਨ ਕਰਨ ਵਾਲੇ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ? ਕੋਈ ਇੱਕ ਨਾਂ ਦੱਸੋ। ਜੀ ਹਾਂ ਬੱਚਿਓ, ਇਸ ਦਾ ਸਹੀ ਉੱਤਰ ਹੈ ਵੈਬ ਬੈਂਕ ਜਾਂ ਵਰਚੁਅਲ ਬੈਂਕ ਜਾਂ ਇੰਟਰੈਕਟਿਵ ਬੈਂਕ। ਇਹਨਾਂ ਵਿੱਚੋਂ ਕੋਈ ਵੀ ਹੋ ਸਕਦਾ ਹੈ। ਤੁਹਾਡਾ ਅਗਲਾ ਪ੍ਰਸ਼ਨ ਹੈ, ਇਲੈਕਟ੍ਰੋਨਿਕ ਕਮਰਸ ਮਤਲਬ ਈ ਕਮਰਸ ਕਿਸ ਨੂੰ ਕਹਿੰਦੇ ਹਨ? ਸੋਚੋ। ਜੀ ਹਾਂ ਬੱਚਿਓ, ਇਸ ਦਾ ਸਹੀ ਉੱਤਰ ਹੈ ਆਨਲਾਈਨ ਸ਼ਾਪਿੰਗ। ਆਨਲਾਈਨ ਸ਼ਾਪਿੰਗ ਨੂੰ ਅਸੀਂ ਈ ਕਮਰਸ ਆਖਦੇ ਹਾਂ। ਤੇ ਹੁਣ ਤੁਹਾਡਾ ਅਗਲਾ ਪ੍ਰਸ਼ਨ ਕੀ ਹੈ, ਦੇਖਦੇ ਹਾਂ। ਆਨਲਾਈਨ ਸ਼ਾਪਿੰਗ ਅਸੀਂ ਬਾਜ਼ਾਰ ਜਾ ਕੇ ਕਰਦੇ ਹਾਂ। ਦੱਸੋ ਇਹ ਸਹੀ ਹੈ ਜਾਂ ਗਲਤ? ਤਾਂ ਤੁਸੀਂ ਕੀ ਸੋਚਿਆ? ਜੀ ਬਿਲਕੁਲ, ਤੁਸੀਂ ਸਹੀ ਸੋਚਿਆ। ਇਸ ਦਾ ਉੱਤਰ ਹੈ ਗਲਤ, ਕਿਉਂਕਿ ਆਨਲਾਈਨ ਸ਼ਾਪਿੰਗ ਤਾਂ ਨੈਟ ਰਾਹੀਂ ਹੁੰਦੀ ਹੈ। ਉਸ ਦੇ ਵਿੱਚ ਤਾਂ ਬਾਜ਼ਾਰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਤੁਹਾਡਾ ਅਖੀਰੀ ਪ੍ਰਸ਼ਨ ਹੈ, ਨੈਟ ਬੈਂਕਿੰਗ ਕੀ ਹੈ? ਸੋਚੋ। ਮੈਨੂੰ ਲੱਗਦਾ ਹੈ ਤੁਹਾਨੂੰ ਇਸ ਦਾ ਵੀ ਉੱਤਰ ਆਉਂਦਾ ਹੋਵੇਗਾ। ਤਾਂ ਇਸ ਦਾ ਸਹੀ ਉੱਤਰ ਹੈ ਬੈਂਕਿੰਗ ਦਾ ਉਹ ਸਿਸਟਮ ਜਿਸ ਵਿੱਚ ਗਾਹਕ ਇੰਟਰਨੈਟ ਦੀ ਮਦਦ ਨਾਲ ਆਪਣੇ ਅਕਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਬਿੱਲਾਂ ਦੀ ਅਦਾਇਗੀ ਕਰ ਸਕਦੇ ਹਨ ਅਤੇ ਪੈਸਾ ਟ੍ਰਾਂਸਫਰ ਕਰ ਸਕਦੇ ਹਨ। ਨੈਟ ਬੈਂਕਿੰਗ ਅਖਵਾਉਂਦਾ ਹੈ। ਤਾਂ ਦੇਖਿਆ ਬੱਚੋ, ਅੱਜ ਤੁਹਾਡੀ ਨੌਲੇਜ ਵਿੱਚ ਕਿੰਨਾ ਵਾਧਾ ਹੋਇਆ ਹੈ। ਤਾਂ ਇਸੇ ਤਰ੍ਹਾਂ ਪੜ੍ਹਦੇ ਰਹੋ ਅਤੇ ਸਿੱਖਦੇ ਰਹੋ। ਧੰਨਵਾਦ।